हाँ जी, ਤਾਂ ਨੈਕਸਟ ਆਪਾਂ ਕਰਾਂਗੇ ਜੀ ਕਿਰਚੌਫਸ ਲਾਅ। ਪਹਿਲਾਂ ਹੀ ਸਮਝਦੇ ਵੀ ਕਿਰਚੌਫ ਲਾਅ ਅਸੀਂ ਕਿਉਂ ਪੜ੍ਹਨਾ। ਦੇਖੋ ਜਿਵੇਂ ਹੁਣ ਤੱਕ ਤਾਂ ਕੀ ਹੈ, ਸਾਡੇ ਕੋਲ ਇੱਕ ਸਿੰਪਲ ਜਿਹਾ ਸਰਕਟ ਹੁੰਦਾ ਸੀਗਾ, ਮਤਲਬ ਇੱਕ ਜਾਂ ਦੋ ਰੈਜ਼ਿਸਟੈਂਸ ਲੱਗੇ ਹੁੰਦੇ ਸੀਗੇ ਜਿਹਦੇ ਸਾਨੂੰ ਪਤਾ ਲੱਗਦਾ ਵੀ ਸੀਰੀਜ਼ 'ਚ ਲੱਗੇ ਹੋਏ ਹੈ ਹਨਾ, ਜਾਂ ਕੋਈ ਪੈਰਲਲ 'ਚ ਲੱਗੇ ਹੋਏ ਹੈ, ਤਾਂ ਅਸੀਂ ਉਹਦੇ ਵਿੱਚੋਂ ਕਰੰਟ ਕਿੰਨਾ ਹੈ ਅਸੀਂ ਇਹ ਫਾਈਂਡ ਕਰ ਲਾਂਗੇ। ਕਈ ਵਾਰ ਕੀ ਹੈ ਸਰਕਟ ਕੁਝ ਇਹੋ ਜਿਹੇ ਹੁੰਦੇ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਸਰਕਟ ਦੇ ਵਿੱਚ ਦੋ ਜਾਂ ਦੋ ਤੋਂ ਜ਼ਿਆਦਾ ਬੈਟਰੀਜ਼ ਲੱਗਿਆ ਹੋਇਆ ਕਰਨਗੀਆਂ। 2 ਮਿੰਟ ਬੱਚੇ ਦੋ ਹੋਰ ਆ ਰਹੇ ਨੇ, ਉਹਨੂੰ ਐਡ ਕਰ ਲਈਏ। ਤਾਂ ਮੈਂ ਕਹਿ ਰਿਹਾ ਸੀ ਵੀ ਕਿਰਚੌਫ ਲਾਅ ਅਸੀਂ ਕਿਉਂ ਯੂਜ਼ ਕਰਦੇ ਹਾਂ, ਕਿਉਂਕਿ ਕਿਰਚੌਫ ਲਾਅ ਦੀ ਸਾਨੂੰ ਲੋੜ ਪਈ ਕਿਉਂਕਿ ਬਹੁਤ ਸਾਰੇ ਸਰਕਟ ਸਾਡੇ ਕੋਲ ਕੀ ਹੈ ਕੰਪਲੀਕੇਟਡ ਸਰਕਟਸ ਨੇ। ਮਤਲਬ ਇਹੋ ਜਿਹੇ ਸਰਕਟ ਹੁਣ ਅਸੀਂ ਪੜਾਂਗੇ ਜਿਹਦੇ ਵਿੱਚ ਕੀ ਹੈ ਇੱਕ ਬੈਟਰੀ ਨਾ ਹੋ ਕੇ ਦੋ ਦੋ ਤਿੰਨ ਤਿੰਨ ਬੈਟਰੀਜ਼ ਕੀ ਹੈ ਯੂਜ਼ ਹੋਇਆ ਕਰਨਗੀਆਂ, ਤੇ ਡਿਫਰੈਂਟ ਕੀ ਹੈ ਸਾਡੇ ਕੋਲੇ ਰੈਜ਼ਿਸਟੈਂਸ ਐਕਸਟਰਨਲ ਰੈਜ਼ਿਸਟੈਂਸ ਯੂਜ਼ ਹੋਇਆ ਕਰਨਗੇ, ਤੇ ਹਰ ਇੱਕ ਬੈਟਰੀ ਦਾ ਇੱਕ ਇੰਟਰਨਲ ਰੈਜ਼ਿਸਟੈਂਸ ਹੋਇਆ। ਸਾਨੂੰ ਇੱਕ ਸਰਕਟ ਦਿੱਤਾ ਜਾਇਆ ਕਰੂਗਾ, ਉਹ ਸਰਕਟ ਦੇ ਵਿੱਚੋਂ ਕਿੰਨਾ ਕਰੰਟ ਫਲੋ ਕਰ ਰਿਹਾ ਜਾਂ ਕਿਹੜੀ ਵਾਇਰ ਚੋਂ ਕਿੰਨਾ ਕਰੰਟ ਫਲੋ ਕਰ ਰਿਹਾ ਅਸੀਂ ਇਹ ਕੈਲਕੂਲੇਟ ਕਰਨਾ ਹੋਇਆ, ਤਾਂ ਉਹਨੂੰ ਐਜ਼ ਇਟ ਇਜ਼ ਸੋਲਵ ਕਰਨਾ ਕੰਪਲੀਕੇਟਡ ਹੋ ਜਾਂਦਾ ਹੈ। ਇਸੇ ਕਰਕੇ ਅਸੀਂ ਕੀ ਹੈ ਇੱਕ ਲਾਅ ਯੂਜ਼ ਕਰਦੇ ਹਾਂ ਕਿਰਚੌਫ। ਠੀਕ ਹੈ, ਇਹ ਦੋ ਲਾਅ ਨੇ, ਇਹ ਦੋ ਲਾਅਸ ਬੜੇ ਹੀ ਸੌਖੇ ਤਰੀਕੇ ਨਾਲ ਤੁਹਾਨੂੰ ਮੈਂ ਸਮਝਾਉਂਗਾ। ਠੀਕ ਹੈ, ਮਤਲਬ ਤੁਹਾਨੂੰ ਅਪਲਾਈ ਕਰਨੇ ਤਾਂ ਆ ਜਾਣੇ ਚਾਹੀਦੇ ਹੈ, ਚਾਹੇ ਤੁਹਾਨੂੰ ਇਹਦੀ ਅੰਡਰਸਟੈਂਡਿੰਗ ਵੀ ਵੈਸੇ ਤਾਂ ਹੋ ਜੂਗੀ, ਕੋਈ ਖਾਸ ਪ੍ਰੋਬਲਮ ਨਹੀਂ। ਬਾਈ ਦਾ ਵੇ ਜੇ ਇਹਦੀ ਅੰਡਰਸਟੈਂਡਿੰਗ ਨਹੀਂ ਵੀ ਹੋਈ ਤਾਂ ਅੰਡਰਸਟੈਂਡਿੰਗ ਬਾਅਦ ਦੇ ਵਿੱਚ ਵੀ ਕਰ ਲਾਂਗੇ, ਬਟ ਅਪਲਾਈ ਕਰਨਾ ਬਹੁਤ ਜ਼ਰੂਰੀ ਹੈ। मतलब अप्लाई कितना करना है ये मतलब फर्स्ट ਤੁਹਾਡੀ ਪ੍ਰੈਫਰੈਂਸ ਹੋਣੀ ਚਾਹੀਦੀ ਹੈ। ठीक है, ऑब्वियसली अप्लाई करना ਆਊਗਾ ਵੀ ਤਾਂ मतलब ਜੇ ਤੁਹਾਨੂੰ ਇਹ ਕਨਸੈਪਟ ਕੀ ਹੈ ਸਮਝ ਆਊਗਾ। ਪਰ ਮੈਂ ਇੱਕ ਸੌਖੇ ਜਿਹੇ ਤਰੀਕੇ ਨਾਲ ਵੀ ਤੁਹਾਨੂੰ ਅਪਲਾਈ ਕਰਨ ਦੱਸੂਗਾ ਵੀ ਕਿਸੇ ਵੀ ਸਰਕਟ ਦੇ ਵਿੱਚ ਤੁਸੀਂ ਇਹਨੂੰ ਕਿੱਦਾਂ ਅਪਲਾਈ ਕਰਨਾ ਹੈ, ਰੀਜ਼ਨ ਵੀ ਸਮਝਾਊਂਗਾ। ਪਹਿਲਾਂ ਮੈਂ ਸੌਖਾ ਤਰੀਕਾ ਅਪਣਾਊਂਗਾ, ਉਸ ਤੋਂ ਬਾਅਦ ਉਹ ਤਰੀਕਾ ਅਸੀਂ ਅਪਣਾ ਕਿਉਂ ਰਹੇ ਹਾਂ ਤਾਂ ਉਹ ਅਸੀਂ ਬਾਅਦ ਦੇ ਵਿੱਚ ਮੈਂ ਤੁਹਾਨੂੰ ਉਹਦਾ ਰੀਜ਼ਨ ਵੀ ਐਕਸਪਲੇਨ ਕਰੂੰਗਾ। ਤਾਂ ਬੜੇ ਗੌਰ ਦੇ ਨਾਲ ਕੀ ਸਮਝੀ ਚੱਲਿਓ, ਜਿਹੜੀ ਚੀਜ਼ ਮੈਂ ਪੁੱਛੀ ਗਿਆ ਮੈਨੂੰ ਉਹ ਦੱਸੀ ਚੱਲਿਓ ਵੀ ਸਮਝ ਆ ਰਹੀ ਹੈ ਜਾਂ ਨਹੀਂ ਆ ਰਹੀ। ਠੀਕ ਹੈ, ਕਿਉਂਕਿ ਇਹਦੇ ਵਿੱਚ ਅਗਰ ਤੁਸੀਂ ਕਿਸੇ ਵੀ ਜਗ੍ਹਾ ਤੇ ਮਤਲਬ ਗੈਪ ਕ੍ਰੀਏਟ ਕਰ ਦਿੰਦੇ ਹੋ ਤਾਂ ਤੁਹਾਡੇ ਲਈ ਕੀ ਇਹ ਮਤਲਬ ਬਾਹੂਬਲੀ ਬਣ ਜਾਊਗਾ। ਠੀਕ ਹੈ, ਫਿਰ ਸਮਝ ਤੁਹਾਨੂੰ ਨਹੀਂ ਲੱਗਣਾ ਹੈ। ਤਾਂ ਕਿਰਚੌਫ ਲਾਅ ਹੈ ਜਿਹੜਾ ਬੱਚੇ ਇਹ ਆਪਣੇ ਕੋਲੇ ਦੋ ਤਰ੍ਹਾਂ ਦਾ ਹੁੰਦਾ ਹੈ, ਮਤਲਬ ਕਿਸੇ ਸਰਕਟ ਨੂੰ ਸੋਲਵ ਕਰਨ ਦੇ ਲਈ ਅਸੀਂ ਦੋ ਤਰੀਕੇ ਦੇ ਨਾਲ ਇਹਨੂੰ ਯੂਜ਼ ਕਰਦੇ। ਇੱਕ ਤਾਂ ਆ ਜਾਂਦਾ ਆਪਣੇ ਕੋਲੇ ਕਿਰਚੌਫ KCL law, KCL मतलब किरचॉफ करंट लॉ। हाँ जी सर, ब्लर है स्क्रीन बोर्ड। क्या होगा जी? सर ब्लर है बोर्ड। बोर्ड ब्लर है, बोर्ड अपन चेक करना जी सर, मैं चेक कर देंगे। देखो बच्चे ठीक है, हम
हाँ जी, तो बच्चे एक तो है KCL मतलब किरचॉफ करंट लॉ, किरचॉफ करंट लॉ। एक है KVL मतलब किरचॉफ वोल्टेज लॉ, वोल्टेज लॉ। ਇਹਦਾ बच्चे दूसरा नाम है जंक्शन लॉ। आ देखो ਤੁਹਾਨੂੰ मैं ऑलरेडी समझा चुकिया ਸੀਗਾ जंक्शन लॉ। जंक्शन ਤੁਹਾਨੂੰ मैं ਦੱਸਿਆ ਹੋਇਆ जंक्शन ਕੀ ਹੁੰਦਾ ਹੈ ਜਿੱਥੇ पॉइंट ਤੇ आके डिवीजन स्टार्ट होते करंट ਦੀ, ठीक है जी। ਤੇ दूसरे ਨੂੰ ਬੋਲਦੇ ਆ ਜੀ, ਇਹਦਾ दूसरा नाम है लूप लॉ, लूप लॉ। दूसरा है जी लूप लॉ। सॉरी फोन आ गया इसमें। तो जंक्शन लॉ की कहता है बड़ा ही सिंपल, कहते भी जिन्ना करंट इन होएगा, जिन्ना करंट किसी सर्किट दे विच या किसी पॉइंट ते या किसी जंक्शन ते इन होएगा उन्ना ही करंट आउट होएगा। ये तो असी ऑलरेडी बहुत बारी यूज कर चुके हैं रेजिस्टेंस के कॉम्बिनेशन पे। मैं एक बार फिर तो समझा देना है। फॉर एग्जांपल जिवें आ एक जंक्शन पॉइंट है, सपोज ए साइड 3 वायर्स ने ते ए साइड मान लो 2 वायर्स, इधरों करंट सपोज आ रहा है I1 I2 I3। ਹੁਣ देखो ਇਹ ਤਾਂ ਇੱਕ ਪੁਆਇੰਟ ਹੈ ਨਾ ਜਿੱਥੇ ਕਿ रूट दो रूट अलग-अलग निकलते हैं। ਤਾਂ ਬੱਚੇ ਆਵਾਜ਼ ਸੁਣ ਰਹੀ है ना? हाँ जी। Yes, तीन करंट्स आ रहे ने मतलब तीन अलग-अलग रूट तो उस तो बाद आ जंक्शन आ गया, जंक्शन तो बाद इथों करंट आया I4 I5। तो मैं की कहूंगा इसमें देखिए बिल्कुल सिंपल कि जेड़ा I1 I2 I3 है ਇਹ इक्वल है, ये डिवीजन हो गया ਇਹਦੇ ਵਿੱਚ I4 ਤੇ I5 ਦੇ ਵਿੱਚ। बड़ा सिंपल नहीं कहूंगा ना कि जो मान लो तीनों ਨੂੰ ਮਿਲਾ ਕੇ 16 एंपियर, मान लो तीनों ਨੂੰ ਮਿਲਾ ਕੇ सपोज 10 एंपियर करंट इस पॉइंट ਦੇ ਵਿੱਚ एंटर कर रहे हैं तो इस पॉइंट जो बाहर भी कितना आएगा 10 एंपियर। ਤਾਂ ਇਹ जंक्शन लॉ है। मतलब जंक्शन मतलब मैं ਤੁਹਾਨੂੰ ਦੱਸਿਆ ਸੀ ਇੱਕ ਅਜਿਹਾ ਪੁਆਇੰਟ ਜਿਹੜਾ ਕੀ ਹੈ ਜਿੱਥੇ रूट निकलते हैं, अलग-अलग रास्ते निकलते हैं, ਤਾਂ ਵਿੱਚੋਂ ਜਿੰਨਾ करंट आ रहा होगा उतना ही करंट की है ਅੱਗੇ जाके की है डिस्ट्रीब्यूट हो जाएगा। ਤਾਂ ਜਿੰਨਾ टोटल करंट इन हो रहा है उतना ही करंट की हो रहा है आउट हो रहा है। दिस लॉ इज नोन एज जंक्शन लॉ। ये ਤਾਂ क्लियर है सारे ਨੂੰ? yes sir। कई बार ये पूछा जाता है भी जेड़ा किरचॉफ करंट लॉ है ये किस लॉ पे बेस्ड है? तो बड़ी सिंपल है जी, दिस इज based on law of conservation of charge। law of conservation of charge ਤੇ ਇਹ ਕੀ ਹੈ based ਹੈ क्योंकि ਕੀ ਕਹਿੰਦਾ ਸੀ ਉਹ charge can neither be created nor be destroyed। similarly ਕੀ ਹੈ देखो करंट ਕੀ ਹੁੰਦਾ है the rate of flow of charges। अगर चार्ज कंजर्व है तो ਉਹਦਾ rate of flow भी कंजर्व है, मतलब जिन्ना चार्ज 1 सेकंड ਦੇ ਵਿੱਚ ਆਏਗਾ ਉਨਾ ਹੀ ਚਾਰਜ 1 सेकंड ਦੇ ਵਿੱਚ ਜਾਏਗਾ। ਤੇ KCL लॉ है ਜਿਹੜਾ ਅਸੀਂ ਆਲਰੇਡੀ यूज कर चुके हैं, बस मैं उसे नाम नहीं लेता भी ਇਹਨੂੰ किरचॉफ के करंट लॉ बोलते हैं। ਸਾਰਿਆਂ ਨੂੰ ਅਪਲਾਈ ਕਰਨਾ ਹੈ ਆਉਂਦਾ ਹੋਣਾ, ਜੇ ਨਹੀਂ ਆਉਂਦਾ ਤਾਂ ਉਹ ਵੀ ਦੇਖ ਲਓ ਵੀ ਜਿੰਨਾ ਕਰੰਟ के सर्किट ਚ ਇਨ ਹੋਇਆ ਕਰੇਗਾ ਉਨਾ ਹੀ जंक्शन ਤੋਂ ਕੀ ਹੋਇਆ ਕਰੂਗਾ आउट होएगा। दूसरा किरचॉफ वोल्टेज लॉ ਜਿਹਨੂੰ ਕੀ ਬੋਲਦੇ ਆ लूप लॉ। ਇਹ ਕੀ ਕਹਿੰਦਾਗਾ, ਕਹਿੰਦਾ ਜਿਹੜਾ समीशन ऑफ मतलब टोटल चेंज इन वोल्टेज is always equal to 0 in a closed loop। closed loop का मतलब बंद लूप, मतलब ਅਸੀਂ ਜਿਹੜੇ ਪੁਆਇੰਟ ਤੋਂ ਚੱਲੀਏ ਅਗਰ ਉਸੇ ਪੁਆਇੰਟ ਤੇ ਅਸੀਂ ਪਹੁੰਚਣਾ ਹੈ ਤਾਂ ਅਸੀਂ ਕਿਸੇ ਵੀ ਸਰਕਟ ਚ ਜਾਈਏ ਕਿਸੇ ਵੀ ਬੰਦ ਸਰਕਟ ਦੇ ਵਿੱਚ ਤਾਂ ਹਮੇਸ਼ਾ ਸਾਨੂੰ ਜਿਹੜਾ ਚੇਂਜ ਇਨ ਵੋਲਟੇਜ ਦਾ ਸਮ ਹੈ ਟੋਟਲ ਚੇਂਜ ਇਨ ਵੋਲਟੇਜ ਤੋਂ 0 ਮਿਲੇ। ਜਿਵੇਂ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇਵਾਂ, ਜਿਵੇਂ ਆਪਾਂ ਕਹਿੰਦੇ ਹੁੰਦੇ ਸੀਗੇ
ਕਿ ਜੇ ਮੰਨ ਲਓ ਸਰਕਟ ਦੇ ਵਿੱਚ ਇੱਕ ਰੈਜ਼ਿਸਟੈਂਸ ਲੱਗਿਆ ਹੋਇਆ ਆ ਇੱਕ ਰੈਜ਼ਿਸਟੈਂਸ ਦੂਜਾ ਲੱਗਿਆ ਹੋਇਆ ਮਤਲਬ ਇਹ R1 ਹੈ ਇਹ R2 ਠੀਕ ਹੈ ਇੱਥੇ ਮੰਨ ਲਓ ਬੈਟਰੀ ਲੱਗੀ ਹੋਈ ਹੈ ਆਪਾਂ ਇਹ ਪੜਿਆ ਤਾਂ ਆਪਾਂ 20 ਵੋਲਟ ਦੀ ਬੈਟਰੀ ਸੀ ਆਪਾਂ ਕਹਿੰਦੇ ਸੀ ਆਹ ਵੋਲਟੇਜ ਹੈਗੀ ਹੈ V1 ਆਹ ਵੋਲਟੇਜ ਹੈਗੀ ਹੈ V2 ਤਾਂ ਮੈਂ ਕਹਿੰਦਾ ਸੀ ਕਿ ਜਿਹੜੀ ਟੋਟਲ ਵੋਲਟੇਜ ਹੈ V ਉਹ ਕੀ ਹੁੰਦੀ ਹੈ V1 V2 ਇਹਦਾ ਮਤਲਬ ਤੇ ਚੇਂਜ ਕਿੰਨਾ ਹੈ ਚੇਂਜ ਇਨ ਵੋਲਟੇਜ 0 ਆ ਦੇਖੋ ਤੁਸੀਂ ਇਸ ਪੁਆਇੰਟ ਤੋਂ ਚੱਲੇ ਇਸ ਪੁਆਇੰਟ ਦੀ ਵਾਪਸ ਆ ਗਏ ਜੇ ਆ ਵੋਲਟੇਜ ਮੰਨ ਲਓ 10 ਹੈ ਤਾਂ ਵੀ ਕਿੰਨੀ ਹੋਗੀ 10 ਹੋ ਸਕਦਾ ਹੈ 5 + 5 ਹੋਵੇ ਹੋ ਸਕਦਾ ਹੈ 3 + ਕੀ ਹੈ 7 ਹੋਵੇ ਹੋ ਸਕਦਾ ਹੈ 7 + 3 ਹੋਵੇ ਪਰ ਚੇਂਜ ਕਿੰਨਾ ਹੈ ਲੈਫਟ हैंड साइड भी 10 है राइट हैंड साइड भी 10 है चेंज इन वोल्टेज कितना है तो दूसरा लॉ है ਇਹ ਲॉ ਨੂੰ ਅਪਲਾਈ ਕਰਨਾ ਕਿੱਦਾਂ ਅਪਲਾਈ ਕਰਨਾ ਹੈ ਉਹਦੇ ਕੁਝ ਰੂਲਸ ਨੇ ਮਤਲਬ ਕੁਝ ਉਹਦੀਆਂ ਸਾਈਨ ਕਨਵੈਨਸ਼ਨ ਨੇ ਜਿਹੜੀਆਂ ਅਸੀਂ ਸਮਝਣੀਆਂ ਨੇ ਪਰ ਧਿਆਨ ਰਹੇ ਇਹ ਸਰਕਟ ਸਿਰਫ ਕਦੋਂ ਜ਼ੀਰੋ ਹੈ ਇਨ ਅ ਕਲੋਜ਼ ਲੂਪ ਤੇ ਕਲੋਜ਼ ਲੂਪ ਦੀ ਨਿਸ਼ਾਨੀ ਕੀ ਹੁੰਦੀ ਹੈ ਕਿ ਜਿਹੜੇ ਪੁਆਇੰਟ ਤੋਂ ਅਸੀਂ ਚੱਲ ਰਹੇ ਹਾਂ ਉਸੇ ਪੁਆਇੰਟ ਤੇ ਸਾਨੂੰ ਪਹੁੰਚਣਾ ਪਏਗਾ ਫਿਰ ਲੂਪ ਕਲੋਜ਼ ਹੋਏਗਾ ਅਦਰਵਾइज ਲੂਪ ਕਲੋਜ਼ ਨਹੀਂ ਹੁੰਦਾ ਅਗਰ ਲੂਪ ਕਲੋਜ਼ ਵੀ ਨਹੀਂ ਹੈ ਤਾਂ ਚੇਂਜ ਇਨ ਵੋਲਟੇਜ ਡਸ ਨਾਟ ਇਕੁਅਲ ਟੂ 0 ਤਾਂ ਮੈਂ ਸਾਈਨ ਕਨਵੈਨਸ਼ਨਸ ਲਿਖ ਰਿਹਾ ਇਹ ਧਿਆਨ ਨਾਲ ਸਮਝੋ ਪਹਿਲਾਂ ਮੈਂ ਤੁਹਾਨੂੰ ਦੱਸੂਗਾ ਫਿਰ ਬਾਅਦ ਚੋਂ ਕੀ ਹੈ ਮੈਂ ਉਹਨੂੰ ਕੀ ਹੈ ਤਾਂ ਰੀਜ਼ਨ ਵੀ ਦੱਸੂਗਾ ਵੀ ਇਦਾਂ ਮੈਂ ਕਿਉਂ ਲਿਖਿਆ ਸਾਨੂੰ ਕਿਸੇ ਸਰਕਟ 'ਚ ਕੀ ਮਿਲ ਸਕਦਾ ਵੱਧ ਤੋਂ ਵੱਧ ਸਾਨੂੰ ਕਿਸੇ ਵੀ ਇਲੈਕਟ੍ਰੀਕਲ ਸਰਕਟ ਦੇ ਵਿੱਚ ਵੱਧ ਤੋਂ ਸਾਨੂੰ ਰੈਜ਼ਿਸਟੈਂਸ ਮਿਲ ਸਕਦਾ ਹੈ ਹੋ ਸਕਦਾ ਉਹ ਐਕਸਟਰਨਲ ਰੈਜ਼ਿਸਟੈਂਸ ਹੋਵੇ ਜਾਂ ਵੱਧ ਤੋਂ ਵੱਧ ਇੰਟਰਨਲ ਰੈਜ਼ਿਸਟੈਂਸ ਹੋਵੇ ਹੈਗਾ ਤਾਂ ਰੈਜ਼ਿਸਟੈਂਸ ਹੀ ਹੈ ਅੱਛਾ ਵੱਧ ਤੋਂ ਵੱਧ ਸਾਨੂੰ ਹੋਰ ਕੀ ਮਿਲ ਸਕਦੀ ਹੈ ਸਰਕਟ ਦੇ ਵਿੱਚ ਬੈਟਰੀ ਮਿਲ ਸਕਦੀ ਹੈ ਹੋ ਸਕਦਾ ਇੱਕ ਬੈਟਰੀ ਮਿਲੇ ਹੋ ਸਕਦਾ ਦੋ ਬੈਟਰੀ ਮਿਲਣ ਹੋ ਸਕਦਾ ਤਿੰਨ ਬੈਟਰੀ ਬਸ ਆ ਦੋ ਚੀਜ਼ਾਂ ਵਾਸਤੇ ਹੀ ਅਸੀਂ ਇਹ ਲਾਅ ਬਣਾਇਆ ਹੈ ਮੰਨ ਲਓ ਕੀ ਹੈ ਆ ਇੱਕ ਰੈਜ਼ਿਸਟੈਂਸ ਹੈ ਇੱਕ ਮੈਂ ਇਧਰ ਰੈਜ਼ਿਸਟੈਂਸ ਬਣਾਇਆ ਮਤਲਬ ਮੈਂ ਦੋ ਅਲੱਗ-ਅਲੱਗ ਕੇਸ ਤੁਹਾਨੂੰ ਦੱਸ ਇਹ ਰੈਜ਼ਿਸਟੈਂਸ ਹੈਗਾ R ਇਹ ਵੀ ਰੈਜ਼ਿਸਟੈਂਸ ਹੈਗਾ R ਧਿਆਨ ਨਾਲ ਸਮਝੋ ਇਸ ਸਰਕਟ ਦੇ ਵਿੱਚ ਕਰੰਟ ਦੀ ਡਾਇਰੈਕਸ਼ਨ ਇਹ ਵਾਲੀ ਹੈ I ਮਤਲਬ ਜਿਵੇਂ ਮੈਂ ਖੜਾ ਲੈਫਟ ਟੂ ਰਾਈਟ ਕਰੰਟ ਜਾ ਰਿਹਾ ਇਹਦੇ ਵਿੱਚ ਮੈਂ ਆਪੋਜ਼ਿਟ ਕਰੰਟ ਦਿਖਾਇਆ ਮਤਲਬ ਇਹਦੇ ਵਿੱਚ ਰਾਈਟ ਟੂ ਲੈਫਟ ਆ ਮਤਲਬ ਕਿਸੇ ਸਰਕਟ ਦੇ ਵਿੱਚ ਜ਼ਿਆਦਾ ਕਰੰਟ ਐ ਜਾ ਸਕਦਾ ਦਾ ਕਰੰਟ ਐ ਆ ਸਕਦਾ ਦੋ ਡਾਇਰੈਕਸ਼ਨਸ ਨੇ ਫਿਰ ਅਸੀਂ ਇੱਕ ਆਪਣੀ ਡਾਇਰੈਕਸ਼ਨ ਬਣਾਉਣੀ ਵੀ ਅਸੀਂ ਕਿੱਧਰ ਜਾਣਾ ਹੈ ਤੁਹਾਡੀ ਮਰਜ਼ੀ ਤੁਸੀਂ ਕਿੱਧਰ ਮਰਜ਼ੀ ਜਾ ਸਕਦੇ ਹੋ ਤਾਂ ਮੈਂ ਕਿਸੇ ਵੀ ਸਰਕਟ ਨੂੰ ਅਪਲਾਈ ਕਰਕੇ ਵੀ ਦਿਖਾਉਂਗਾ ਮੰਨ ਲਓ ਮੇਰੀ ਡਾਇਰੈਕਸ਼ਨ ਹੈਗੀ ਹੈ ਫਰੋਮ ਲੈਫਟ ਟੂ ਰਾਈਟ ਮਤਲਬ ਇਹ ਮੇਰੀ ਡਾਇਰੈਕਸ਼ਨ ਮਾਈ ਡਾਇਰੈਕਸ਼ਨ ਮਤਲਬ ਸਰਕਟ ਦੇ ਵਿੱਚ ਮੈਂ ਇਸ ਪੁਆਇੰਟ ਤੋਂ ਇਸ ਸਾਈਡ ਜਾ ਰਿਹਾ ਹੁਣ ਧਿਆਨ ਨਾਲ ਸੁਣੋ ਅਗਰ ਤੁਹਾਡੀ ਡਾਇਰੈਕਸ਼ਨ ਮਤਲਬ ਜਿੱਧਰ ਤੁਸੀਂ ਮੂਵ ਕਰੋਗੇ ਅਗਰ ਤੁਹਾਡੀ ਡਾਇਰੈਕਸ਼ਨ ਜਾਂ ਕਹੀਏ ਜਿਵੇਂ ਅਗਰ ਆਪਣੀ ਡਾਇਰੈਕਸ਼ਨ ਮਤਲਬ ਮੇਰੀ ਡਾਇਰੈਕਸ਼ਨ ਤੇ ਕਰੰਟ ਦੀ ਡਾਇਰੈਕਸ਼ਨ ਹੋਗੀ ਸੇਮ ਦੇਖੋ ਮੈਂ ਵੀ ਇੱਧਰ ਜਾ ਰਿਹਾ ਕਰੰਟ ਵੀ ਇੱਧਰ ਜਾ ਰਿਹਾ ਤਾਂ ਬੱਚੇ ਜਿਹੜੀ ਵੋਲਟੇਜ ਲਿਖੀ ਜਾਊਗੀ ਵੋਲਟੇਜ ਆਪਾਂ ਨੂੰ ਪਤਾ IR ਹੁੰਦੀ ਹੈ ਮੂਰੇ ਨੈਗੇਟਿਵ ਸਾਈਨ ਲਿਖੋ ਅਗਰ ਤੁਹਾਡੀ ਡਾਇਰੈਕਸ਼ਨ ਤੇ ਕਰੰਟ ਦੀ ਡਾਇਰੈਕਸ਼ਨ ਸੇਮ ਹੈ ਤਾਂ ਜਦੋਂ ਵੋਲਟੇਜ ਲਿਖੋਗੇ ਵੋਲਟੇਜ ਦਾ ਡ੍ਰੌਪ ਲਿਖੋਗੇ ਆਪਾਂ ਨੂੰ ਪਤਾ IR ਹੁੰਦਾ ਮੂਰੇ ਦੀ ਸਾਈਡ ਨੂੰ ਹੋਣਾ ਹੈ ਮਾਈਨਸ ਅਗਰ ਤੁਹਾਡੀ ਡਾਇਰੈਕਸ਼ਨ ਤੇ ਕਰੰਟ ਦੀ ਡਾਇਰੈਕਸ਼ਨ ਆਪੋਜ਼ਿਟ ਹੈ ਤਾਂ ਤੁਸੀਂ ਕੀ ਹੈ ਵੋਲਟੇਜ ਲਿਖੋਗੇ IR ਬਟ ਅਗੇ ਸਾਈਡ ਤੇ ਲਾਓਗੇ ਪਲੱਸ I ਰਿਪੀਟ ਅਗਰ ਤੁਹਾਡੀ ਡਾਇਰੈਕਸ਼ਨ ਤੇ ਕਰੰਟ ਦੀ ਡਾਇਰੈਕਸ਼ਨ ਸਰਕਟ ਦੇ ਵਿੱਚ ਸੇਮ ਹੈ ਤਾਂ ਅਗਰ ਤੁਸੀਂ ਪੋਟੈਂਸ਼ੀਅਲ ਡ੍ਰੌਪ ਲਿਖਣਾ ਹੈ ਤਾਂ ਸਾਈਨ ਲਗਾਓਗੇ ਮਾਈਨਸ ਦਾ ਅਗਰ ਤੁਹਾਡੀ ਡਾਇਰੈਕਸ਼ਨ ਤੇ ਕਰੰਟ ਦੀ ਡਾਇਰੈਕਸ਼ਨ ਆਪੋਜ਼ਿਟ ਹੈ ਫਿਰ ਤੁਸੀਂ ਕੀ ਲਗਾਓਗੇ ਸਾਈਨ ਪਲੱਸ ਓਕੇ ਫਿਰ ਮੰਨ ਲਓ ਤੁਹਾਡੇ ਸਰਕਟ ਦੇ ਵਿੱਚ ਤੁਹਾਨੂੰ ਕੀ ਹੈ ਬੈਟਰੀ ਲੱਗੀ ਮਿਲੀ ਹੈ ਜੋ ਕਿ ਸੈੱਲ ਮਿਲੇ EMF ਹੈ ਵੱਧ ਤੋਂ ਵੱਧ ਐਦਾਂ ਹੋ ਸਕਦਾ ਹੁਣ ਦੇਖੋ ਤੁਹਾਡੀ ਡਾਇਰੈਕਸ਼ਨ ਇਹੀ ਹੈ ਅਗਰ ਤਾਂ ਤੁਹਾਡੀ ਡਾਇਰੈਕਸ਼ਨ ਮਤਲਬ ਜਿੱਧਰ ਤੁਸੀਂ ਜਾ ਰਹੇ ਹੋ ਸਭ ਤੋਂ ਪਹਿਲਾਂ ਤੁਹਾਨੂੰ ਪੋਜ਼ਿਟਿਵ ਟਰਮੀਨਲ ਮਿਲ ਗਿਆ ਮਤਲਬ ਮੈਂ ਇੱਧਰ ਜਾ ਰਿਹਾ ਸੀਗਾ ਇਹ ਸਾਈਡ ਤੇ ਮੈਨੂੰ ਸਭ ਤੋਂ ਪਹਿਲਾਂ ਕੀ ਦਿਖਿਆ ਪੋਜ਼ਿਟਿਵ ਟਰਮੀਨਲ ਦਿਖੂਗਾ ਤਾਂ ਉਹਦੇ ਅੱਗੇ ਤੁਸੀਂ -E ਤਾਂ ਇਹਦੀ ਵੋਲਟੇਜ EMF ਕਿੰਨੀ ਹੈ E ਤਾਂ ਉਹਦੇ ਅੱਗੇ ਸਾਈਨ ਲਗਾਉਣਾ ਹੈ ਮਾਈਨਸ ਅਗਰ ਤੁਸੀਂ ਤੁਹਾਡੀ ਡਾਇਰੈਕਸ਼ਨ ਵੱਲ ਜਾਂਦੇ ਜਾਂਦੇ ਤੁਹਾਨੂੰ ਸਭ ਤੋਂ ਪਹਿਲਾਂ ਨੈਗੇਟਿਵ ਸਾਈਨ ਵਾਲਾ ਕਿ ਟਰਮੀਨਲ ਮਿਲ ਜਾਂਦਾ ਹੈ ਤਾਂ ਤੁਸੀਂ +E सर नीचे देख हाँ नीचे देख नहीं रहा 2 मिनट इनू रट्टा लगाओ कुछ मर्जी करो एक बार इनू जरूर समझो ठीक है फिर मैं रीजन भी एक्सप्लेन करूंगा आई रिपीट किसी भी सर्किट दे विच एक आपां अपनी डायरेक्शन बनाया करांगे अपनी मर्जी होया करूगी भी मैं सर्किट च किवें जाना चाहना ऐ नहीं भी एचओ च तुसीं तुरना
ਤੁਸੀਂ ਆਪਦੇ ਦਿਮਾਗ ਨੂੰ ਭਜਾਉਣਾ ਵੀ ਮੈਂ ਇਦਾਂ ਚੱਲ ਰਿਹਾ। ਤੁਹਾਡੀ ਕੋਈ ਵੀ ਡਾਇਰੈਕਸ਼ਨ ਹੋ ਸਕਦੀ ਹੈ, ਲੈਫਟ ਟੂ ਰਾਈਟ ਤੁਸੀਂ ਮੰਨ ਸਕਦੇ ਹੋ, ਰਾਈਟ ਟੂ ਲੈਫਟ। ਅਗਰ ਮੰਨ ਲਓ ਤੁਹਾਡੀ ਲੈਫਟ ਟੂ ਰਾਈਟ ਤੁਸੀਂ ਡਾਇਰੈਕਸ਼ਨ ਮੰਨੀ ਹੈ ਤੇ ਉਸੇ ਡਾਇਰੈਕਸ਼ਨ ਦੇ ਵਿੱਚ ਤੁਹਾਨੂੰ ਮਿਲ ਗਿਆ ਕਰੰਟ, ਡਾਇਰੈਕਸ਼ਨ ਤੁਹਾਡੀ ਸੇਮ ਹੈ, ਤਾਂ ਜਿਹੜੇ ਵੀ ਤੁਸੀਂ ਵੋਲਟੇਜ ਲਿਖੋਗੇ ਉਹਦੇ ਮੂਹਰੇ ਕੀ ਲਿਖਣਾ ਹੈ, ਮਾਈਨਸ ਦਾ ਸਾਈਨ। ਉਹ ਮੈਂ ਚਲਾ ਦੂੰਗਾ। ਅਗਰ ਕੀ ਹੈ ਤੁਹਾਡੀ ਡਾਇਰੈਕਸ਼ਨ ਤੇ ਕਰੰਟ ਦੀ ਡਾਇਰੈਕਸ਼ਨ ਆਪੋਜ਼ਿਟ ਹੋਗੀ ਤਾਂ ਸਾਈਨ ਆਊਗਾ ਪਲੱਸ ਦਾ, ਠੀਕ ਹੈ। ਅਗਰ ਤੁਸੀਂ ਜਿਹੜੀ ਡਾਇਰੈਕਸ਼ਨ ਵੱਲ ਜਾ ਰਹੇ ਹੋ, ਅਗਰ ਤੁਹਾਨੂੰ ਪਹਿਲਾਂ ਪੋਜ਼ਿਟਿਵ ਟਰਮੀਨਲ ਵੱਜ ਗਿਆ ਮਤਲਬ ਦਿਸ ਗਿਆ, ਠੀਕ ਹੈ, ਪਰ ਤੁਹਾਡੇ ਸਿਰ 'ਚ ਕੀ ਹੈ ਪੋਜ਼ਿਟਿਵ ਟਰਮੀਨਲ ਵੱਜ ਰਿਹਾ ਤਾਂ ਕੀ ਹੈ ਮਾਈਨਸ E ਲਿਖੋਗੇ। ਅਗਰ ਤੁਹਾਨੂੰ ਨੈਗੇਟਿਵ ਮਿਲ ਰਿਹਾ ਤਾਂ ਤੁਸੀਂ ਪਲੱਸ E, ਠੀਕ ਹੈ। ਇਹ ਸਾਈਨ ਕਨਵੈਨਸ਼ਨ ਨੇ ਜਿਹੜੇ ਸਾਨੂੰ ਫੋਲੋ ਕਰਨੀ ਪੈਣਗੀਆਂ। ਹੁਣ ਇਹ ਚੀਜ਼ ਹੁੰਦੀ ਕਿਉਂ ਹੈ, ਕਿਉਂ ਅਸੀਂ ਮਾਈਨਸ ਲਿਖ ਰਹੇ ਹਾਂ, ਕਿਉਂ ਪਲੱਸ ਲਿਖ ਰਹੇ ਹਾਂ, ਹੁਣ ਉਹ ਚੀਜ਼ ਸਮਝ ਲਓ। ਪਹਿਲਾਂ ਮੈਨੂੰ ਉਹ ਸਮਝਣ ਤੋਂ ਪਹਿਲਾਂ ਮੈਨੂੰ ਇਹ ਦੱਸੋ ਵੀ ਆਹ ਚੀਜ਼ ਤੁਹਾਡੇ ਯਾਦ ਹੋ ਜੂਗੀ? Yes, sir. बड़ा सिंपल सा तरीका दसिया, अगर ਤੁਹਾਡੀ डायरेक्शन ਤੇ करंट डायरेक्शन सेम है माइनस, अगर ऑपोजिट है तो प्लस, मतलब सेम माइनस ऑपोजिट प्लस। ਹੁਣ ਮੈਂ ਦੱਸਦਾ ਵੀ ਇਹ ਮੈਂ ਮਾਈਨਸ ਲਿਖਿਆ ਕਿਉਂ। ਉਹਦੇ ਲਈ ਮੈਂ ਇੱਕ ਕੁਐਸਚਨ ਪੁੱਛਣਾ ਚਾਹੂੰਗਾ, ਕਿਹਨੂੰ ਪੁੱਛੀਏ ਆਪਾਂ ਪੁੱਛਦੇ ਹਾਂ ਇਹ ਪ੍ਰਨੀਤ ਨੂੰ। ਹਾਂਜੀ ਪ੍ਰਨੀਤ, फटाफट विदाउट वेस्टिंग एनी टाइम, बड़ा सिंपल सा क्वेश्चन पूछने जा रहे हैं। प्रनीत जल्दी जल्दी म्यूट ऑफ करो जी। हाँ जी, तो मेरा क्वेश्चन ये है कि जो करंट है वो कदों फ्लो करता है? ਜਦੋਂ ਪੋਟੈਂਸ਼ੀਅਲ ਡਿਫਰੈਂਸ ਹੋਵੇ ਸਰ। ਜਦੋਂ ਪੋਟੈਂਸ਼ੀਅਲ ਡਿਫਰੈਂਸ ਹੋਵੇ ਤੇ ਕਰੰਟ ਦੇ ਫਲੋ ਕਰਨ ਦੀ ਡਾਇਰੈਕਸ਼ਨ ਕੀ ਹੁੰਦੀ ਹੈ? हाई पोटेंशियल टू लो पोटेंशियल या लो पोटेंशियल टू हाई पोटेंशियल? हाई टू लो। वेरी गुड, तो हाई टू लो। तो बच्चे बड़ा ध्यान ਨਾਲ देखो, आ देखो आ दो एंड पॉइंट्स में करंट की है ए साइड जा रहा है, दैट मींस ए हैगा पॉइंट हाई पोटेंशियल, ए पॉइंट होएगा लो पोटेंशियल। बैटरी ਦੇ ਨਾਲ ਜਦੋਂ ਨੂੰ ਕਨੈਕਟ ਕਰਾਂਗੇ दैट मींस ए पॉजिटिव टर्मिनल ਨਾਲ ਐਡ ਹੋਏਗਾ नेगेटिव ਨਾਲ। ਤਾਂ ਦੇਖੋ हाई पोटेंशियल टू ਤੁਸੀਂ लो पोटेंशियल जा रहे हो, मतलब पोटेंशियल घट रहा है, पोटेंशियल किंदा हायर, देखो पोटेंशियल घट रहा माइनस। हाई तो लो जा रहे हो मतलब कुछ ना कुछ पोटेंशियल ਇੱਥੇ ਕੀ ਹੋ ਗਿਆ, ड्रॉप हो गया, घट गया। इधर देखो करंट इधर जा रहे हैं मतलब हाई पोटेंशियल टू लो पोटेंशियल, बट ਅਸੀਂ किधर जा रहे हैं, ਅਸੀਂ जा रहे हैं लो टू हाई। आ देखो साडी डायरेक्शन है ना लो टू हाई, लो टू हाई मतलब कुछ ना कुछ पोटेंशियल की है ऐड हो रहा है, तब आ गया प्लस। सिमिलरली इथे देखो आ पॉइंट ए पॉइंट केड़ा है पॉजिटिव मतलब हाई पोटेंशियल, ए पॉइंट केड़ा है लो पोटेंशियल। साडी डायरेक्शन की ए वाली है मतलब हाई टू लो मतलब पोटेंशियल घट रहा है, तो मतलब की आ गया माइनस। अगर ਅਸੀਂ देखिए थे ਇੱਥੇ ਹੈਗਾ लो पोटेंशियल, ਇੱਥੇ ਹੈਗਾ हाई पोटेंशियल, तो साडी डायरेक्शन की है ए वाली मतलब लो टू हाई मतलब कुछ ना कुछ पोटेंशियल ऐड हो रहा है ना। पर जे तुसी इस तरीके नाल ਇਹਨੂੰ बार-बार सोचा करोगे तो कंफ्यूज हो जा करोगे। तरीका ਤੁਹਾਡੇ ਉਹੀ याद ਰਹੂਗਾ कि सिंपल तरीका, अगर ਤੁਹਾਡੀ डायरेक्शन ਤੇ करंट ਦੀ डायरेक्शन सेम है तो आंसर आएगा माइनस, अगर ऑपोजिट है तो प्लस। अगर ਤੁਹਾਡੇ ਮੱਥੇ ਦੇ ਵਿੱਚ ਤੁਹਾਡੇ ਸਿਰ ਦੇ ਵਿੱਚ ਪੋਜ਼ਿਟਿਵ ਟਰਮੀਨਲ ਪਹਿਲਾਂ ਵੱਜਦਾ ਹੈ ਤਾਂ ਸਾਈਨ ਮਾਈਨਸ ਦਾ, ਅਗਰ 네ਗੇਟਿਵ ਟਰਮੀਨਲ ਵੱਜਦਾ ਤਾਂ ਆਂਸਰ ਪਲੱਸ। ਲਓ ਜੀ ਇਹ ਰੂਲਸ ਫਿਲਹਾਲ ਅੱਜ ਦੇ ਲਈ ਤੁਸੀਂ ਇਹ ਰੂਲਸ ਹੀ ਪੜੋਗੇ, ਕੱਲ ਨੂੰ ਅਸੀਂ ਇਹਦੇ ਨੂਮੈਰੀਕਲਸ ਸਟਾਰਟ ਕਰਾਂਗੇ। ठीक है जी, क्लियर है? एनी प्रॉब्लम, एनी डाउट, एनी क्वेश्चन? No, sir. ओके, थैंक यू, टेक केयर। एक बार जरूर 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 मतलब कहना मैं जरूर इस लॉ ਨੂੰ खुद एक बार जरूर स्टडी करना। अच्छा एक चीज रहेगी, ये तो हैगा बेस्ड ऑन लॉ ऑफ कंजर्वेशन ऑफ चार्ज। जेड़ा ये वाला है मतलब चेंज इन वोल्टेज जीरो है, दिस इज बेस्ड ऑन लॉ ऑफ कंजर्वेशन ऑफ एनर्जी। ये लॉ ऑफ कंजर्वेशन ऑफ एनर्जी पे बेस्ड है, क्योंकि एनर्जी कहती सी एनर्जी कैन नाइदर बी क्रिएटेड नॉर बी डिस्ट्रॉयड मींस कांस्टेंट। चेंज इन वोल्टेज मतलब बैटरी ने काम करना है तो वो एनर्जी होगी, ठीक है। तो चेंज इन एनर्जी की ਜਾਂਦੀ ਹੈ ਤਾਂ ਇਹਦੇ ਨਾਲ ਹੀ ਜੇ ਅੱਜ ਇੰਨਾ ਹੀ ਕੰਮ ਕਰਾਂਗੇ, ਠੀਕ ਹੈ। ਇਹਨੂੰ ਕੀ ਹੈ ਧਿਆਨ ਨਾਲ ਕੀ ਸਮਝ ਲਿਓ, ਕਾਫੀ ਇੰਪੋਰਟੈਂਟ ਹੈ। मैं दी फोटो खिंच के भी मैं ਤੁਹਾਨੂੰ ਸੈਂਡ ਕਰਾਂ, ठीक है जी। थैंक यू, टेक केयर।